अस्सलाम वालेकुम नाज़रीन, प्रोग्राम जुर्म बेनकाब के साथ मैं हूं कैसर खान। नाज़रीन, ज़मीन जायदाद के मामलात की वजह से बहुत सारे ऐसी चीज़ें सामने आती हैं जिनमें बाज़ औक़ात कई लोगों की जानें भी चली जाती हैं। एक ऐसा ही वाक़या पेश आया ओकाड़े के इलाका चूचक में, जहां पर सुतेले बेटे के दोस्तों ने एक नौजवान की जान ले ली। वजह सिर्फ ये थी, वो लोग ये चाहते थे कि सुतेले बेटे का जो बाप है वो सुतेले बेटे को जायदाद में हिस्सा दे, जो कि बाप देना नहीं चाहता था, या बकौल बाप के कि वो जायदाद का हिस्सा ऑलरेडी उसको दे चुका था, जिसकी बिना पर उसी बुजुर्ग बाप के 28 साल जवान बेटे को उसी की आंखों के सामने गोलियां मारकर छलनी कर दिया गया। आज के प्रोग्राम जुर्म बेनकाब में हम इसी जुल्म और जुर्म को बेनकाब करेंगे। 28 साल शख्स को उसके वालिद के सामने, उनकी आंखों के सामने गोली मारकर कत्ल कर दिया गया। इस वक्त हमारे साथ मौजूद है मकतूल के वालिद, उनसे हम बात करते हैं। सब तो पहला बुजुर्गों सानू बड़ा अफसोस है तुहाडे पुत्र नाल जिहड़ा जुल्म होया, तुहाडे साले नाल जुल्म होया। ਇਹ ਦੱਸੋ ਮਾਮਲਾ ਕੀ ਸੀ, क्यों ਤੁਹਾਡੇ ਪੁੱਤਰ ਨੂੰ ਮਾਰਤਾ ਹੈ? ਇਹ ਜੀ ਮਾਮਲਾ ਇਹ ਜੀ ਵੀ ਮੇਰਾ ਮਤਰਿਆ ਪੁੱਤਰ ਹੈ, ਉਹ ਮੰਗਦਾ ਮੇਰੇ ਕੋਲ ਹਿੱਸਾ। ਮੈਂ ਇਹਨੂੰ ਆਗ ਵੀ ਕਰ ਛੱਡਿਆ ਹਕੂਮਤ ਦੇ ਤਰਫੋਂ, ਤੇ ਉਹ ਆਗ ਕਰਕੇ ਮੈਂ ਉਹਨੂੰ ਰੱਖ ਛੱਡੇ ਕਾਗਜ਼ ਜੇ ਇੱਥੇ ਮੈਂ ਲੈ ਆਇਆ ਥਾਣੇ। ਇਹ ਨਾ ਆਖਿਆ ਸਾਹਿਬਾਂ ਵੀ ਤੂੰ ਘਰ ਰੱਖ, ਜੇ ਤੈਨੂੰ ਕੋਈ ਪੁੱਛੇ ਗਵਰਨਮੈਂਟ ਦਾ ਬੰਦਾ ਜਾਂ ਹਕੂਮਤ ਦਾ, ਉਸੇ ਸਾਨੂੰ ਵਿਖਾਵੀਂ। ਉਹ ਜੀ ਖਤਮ ਹੋ ਗਈ ਗੱਲ। ਉੱਥੋਂ ਜੀ ਉਹ ਰਹਿੰਦਾ ਉੱਥੇ ਸਾਡੇ ਪਿੰਡ 'ਚ ਹੀ, ਉੱਥੇ ਰਹਿੰਦਾ, ਉਹਨਾਂ ਲਈ ਬਾਣਾ ਸੌਣਾ, ਉਹਦੇ ਹੀ ਰਹਿਣਾ, ਉਹਨਾਂ ਦਾ ਨਸ਼ਾ ਨੁਸ਼ਾ ਵੇਚਣਾ, ਬਦਮਾਸ਼ ਬੰਦੇ ਆਣ। ਉਹ ਜੀ ਅੱਗੇ ਵੀ 3-4 ਵਾਰੀ ਆਏ ਨੇ, ਸਾਨੂੰ ਨਾ ਗਾਲੀ ਗੋਲੀ ਕੱਢੀਆਂ ਨੇ, ਤੇ ਅਸੀਂ ਉਹ ਬਚ ਬੁੱਝ ਜਾਣਾ, ਨਾ ਕੋ ਬੋਲਣਾ ਚੋਲਣਾ, ਚੁੱਪ ਕਰ ਜਾਣਾ। ਉਹਦੀ 2-3 ਤੇ ਅਗਦੂ ਆਏ ਨੇ। ਕਿੰਨਾ ਹਿੱਸਾ ਮੰਗਦਾ ਸੀ ਤੁਹਾਡਾ ਜਿਹੜਾ ਸੁਤੇਲਾ ਪੁੱਤਰ ਹੈ? ਮਤਰਿਆ ਪੁੱਤਰ ਕਿੰਨਾ ਮੰਗਦਾ ਸੀ ਜੀ? ਉਹਦਾ ਹਿੱਸਾ ਬਣਦਾ ਹੀ ਨਹੀਂ ਜੀ। ਨਹੀਂ ਕੀ ਸੀ, ਕਿਸ ਗੱਲ ਦਾ? ਬਈ ਹਿੱਸਾ ਦਿਓ ਹੱਥੇ ਦਾ ਮੈਨੂੰ। ਅੱਛਾ, ਹੱਥੇ ਦਾ, ਠੀਕ ਹੈ। ਵੀ ਹੱਥੇ ਦਾ ਹਿੱਸਾ ਦਿਓ, ਕਬਰਾਂ ਦਿਓ ਮੈਨੂੰ। ਠੀਕ ਹੈ। ਅਸੀਂ ਉਹਨੂੰ ਆਖਿਆ ਵੀ ਕਬਰਾਂ ਪੁੱਤਰ ਤੇਰਾ ਨਹੀਂ ਬਣਦਾ, ਹਕੂਮਤ ਹੈ ਜਿਹੜਾ ਕਰ ਲਾ ਸਾਡੇ ਨਾਲ, ਪਰੇ ਪੰਚਾਇਤ ਨਾਲ ਜਿਹੜਾ ਕਰ ਲਾ, ਤੇਰਾ ਹਿੱਸਾ ਨਹੀਂ ਬਣਦਾ। ਉਹ ਜੀ ਉਹਨਾਂ ਨੂੰ ਲਈ ਆਇਆ। ਅੱਗੇ ਵੀ 2-3 ਵਾਰੀ ਆਇਆ, 2-3 ਦੇ ਅਗਦੂ ਬਾਪ ਤੇ ਬਾਪ ਦਾ ਪੁੱਤਰ ਆਏ ਨੇ, 2 ਦਿਨ ਨੇ ਅਗਦੂ, ਅੱਲਾ ਵਧਾਇਆ। ਉਹ ਜੀ ਆਏ ਨੇ, ਉਹਨਾਂ ਸਾਨੂੰ ਗਾਲੀ ਗੋਲੀ ਕੱਢੀਆਂ, ਮਗਰੂ ਨੰਦਾ ਛੋਰੀ ਆਇਆ, ਉਹ ਉਹਨਾਂ ਨੂੰ ਹਟਾ ਹਟੂ ਕੇ ਲੈ ਗਿਆ। ਅੱਗੋਂ ਅਸੀਂ ਵੀ ਗਾਲੀ ਕੱਢੀਏ, ਅਸੀਂ ਨਹੀਂ ਕੱਢੀਆਂ, ਅਸੀਂ ਵੀ ਗਾਲੀ ਕੱਢੀ, ਹੱਥੀ ਬੱਖੀ ਹੋਵੇਂ ਲੱਗਿਆ, ਤੇ ਮਗਰੂ ਨੰਦਾ ਬੰਦਾ ਪਿਆ, ਉਹ ਹਟਾ ਕੇ ਘਰ ਲੈ ਗਿਆ। ਉਹ ਜੀ ਦੂਏ ਦੇ ਅੱਗੋਂ ਉਹਦਾ ਪਿਓ ਆ ਗਿਆ ਹੈ ਇਕੱਲਾ ਇਸ ਟਾਈਮ ਕੋਲ। ਕਿਹਦਾ ਪਿਓ? ਉਹ ਅੱਲਾ ਵਧਾਏ ਦਾ। ਅੱਛਾ, ਅੱਲਾ ਵਧਾਏ ਦਾ ਪਿਓ ਇਸ ਟਾਈਮ ਆ ਗਿਆ ਹੈ, ਆਇਆ ਸਾਡੇ ਕੋਲ ਬਾਹਰ ਰਿਹਾ ਹੈ। ਹਾਂ ਵੀ ਤੁਸੀਂ ਬੰਦਾ ਬਣੋ, ਕਿਉਂ ਨਹੀਂ ਬਣਨੂ ਰਹਿ ਗਏ ਹੋ ਤੁਸੀਂ? ਅਸੀਂ ਆਖਿਆ ਜੀ ਅਸੀਂ ਬੰਦੇ ਹੀ ਹਾਂ, ਤੂੰ ਅਸੀਂ ਸਾਡੇ ਨਾਲ ਮੁਤਾਲਬਾ ਕਰ ਲਓ, ਜੇ ਉਹਦਾ ਹਿੱਸਾ ਬਣੇ ਤਾਂ ਅਸੀਂ ਦਿੰਦੇ ਹਾਂ, ਨਾ ਬਣੇ ਤਾਂ ਐਵੇਂ ਸਾਡੇ ਨਾਲ ਜ਼ਿਆਦਤੀ ਨਾ ਕਰੋ। ਤੁਹਾਡੇ ਆਪਣੇ ਕਿੰਨੇ ਬੱਚੇ ਨੇ? ਬੱਚੇ ਜੀ 4 ਮੇਰੇ ਚੂ ਨੇ, ਤੇ 5ਵਾਂ ਉਹ ਆ ਪਿਛਲਾ ਹੀ। ਪਹਿਲਾਂ ਬੀਵੀ ਦਾ ਪਹਿਲਾ ਬੱਚਾ ਸੀ? ਹਾਂਜੀ ਹਾਂਜੀ। ਠੀਕ ਹੈ। ਉਹਦਾ ਵੈਸੇ ਹਿੱਸਾ ਪਹਿਲਾਂ ਦੇ ਚੁੱਕੇ ਹੋ ਤੁਸੀਂ? ਉਹਦਾ ਜੀ ਜਿਹੜਾ ਆਕਾ ਦੇ ਛੱਡਿਆ, ਜਿਹੜਾ ਤੁਸੀਂ ਦੇ ਚੁੱਕੇ ਸੋ? ਹਾਂਜੀ ਹਾਂਜੀ। ਉਹ ਦੁਬਾਰਾ ਮੰਗਦਾ ਪਿਆ? ਦੁਬਾਰਾ ਆਂਦਾ ਮੈਨੂੰ ਕਬਰਾਂ ਦਿਓ, ਇੱਥੋਂ ਬੋਏ ਦਿਓ, ਆਓ ਦਿਓ ਬੋਏ, ਸਾਡੇ ਕੋਲ 6 ਕਾਲੀ ਬੋਏ ਸਾਰੀ ਕੋਰੀ ਜੀ। ਅਸੀਂ ਆਖਿਆ ਵੀ ਤੇਰਾ ਬਣਦਾ ਨਹੀਂ ਹੈ। ਠੀਕ। ਉਹ ਜੀ ਦੂਜੇ ਤਰੀਏ ਦੇ ਉਹਦਾ ਪਿਓ ਆ ਗਿਆ ਹੈ, ਅੱਲਾ ਵਧਾਇਆ, ਅੱਲਾ ਵਧਾਇਆ ਦਾ ਪਿਓ। ਉਹ ਸਾਨੂੰ ਹੋ ਸਕਿਆ ਤੁਸੀਂ ਬੰਦਾ ਬਣੋ ਯਾਰ, ਨਾ ਸਿਰ ਮਾਰਿਆ ਹੈ, ਅੱਲਾ ਵਧਾਇਆ ਨਾਲ ਹੈ, ਮੁਸਤਾਕ ਨਾਲ ਹੈ। ਠੀਕ ਹੈ। ਤੁਹਾਡੇ ਸੁਤੇਲੇ ਪੁੱਤਰ ਦਾ ਕੀ ਨਾਮ ਹੈ? ਮੁਸਤਾਕ ਜੀ। ਮੁਸਤਾਕ, ਠੀਕ ਹੈ। ਅੱਛਾ ਜੀ। ਉਹ ਜਿਸੇ ਆ ਗਿਆ ਨਾ, ਅਸੀਂ ਉਹਨੂੰ ਆਖਿਆ ਬਹੁ ਹੁਕਮ ਕਰ। ਉਹ ਸਕਿਆ ਤੁਸੀਂ ਬੰਦਾ ਬਣੋ, ਤੁਸੀਂ ਕਿਉਂ ਜ਼ਿਆਦਤੀ ਕਰਦੇ ਪਏ ਹੋ? ਆਏ ਆਏ, ਅਸੀਂ ਆਖਿਆ ਅਸੀਂ ਜ਼ਿਆਦਤੀ ਨਹੀਂ ਕਰਦੇ ਪਏ, ਅਸੀਂ ਗੱਲ ਸਹੀ ਕੀਤੀ, ਤੈਨੂੰ ਉਹਦਾ ਹਿੱਸਾ ਨਹੀਂ ਬਣਦਾ। ਉਸੇ ਉਸ ਆਖਿਆ ਮੈਂ ਛੋਰਾ ਨੂੰ ਮਸੇ ਠੱਲੀ ਬਣਨਾ, ਤੇ ਤੁਸੀਂ ਬੰਦਾ ਬਣ ਜਾਓ, ਤੁਸੀਂ ਧੋਖਾ ਖਾਸੋ। ਅਸੀਂ ਆਖਿਆ ਇਹ ਛੋਰ ਮੇਰੇ ਆਖਿਆ ਹੈ ਵੱਡੇ, ਇਸ ਆਖਿਆ ਯਾਰ ਛੋਰਾ ਨੂੰ ਤੂੰ ਛੱਡ ਦੇ, ਮਸੇ ਨਾ ਠਾਲ ਤੂੰ, ਅਸਾਂ ਕੋਈ ਤੁਹਾਡਾ ਦੇਣਾ ਲੈਣਾ ਤੇ ਸਾਡੇ ਨਾਲ ਤੁਸੀਂ ਗੱਲ ਕਰੋ, ਦੇਣਾ ਲੈਣਾ ਅਸਾਂ ਤੁਹਾਡਾ ਕੋਈ ਨਹੀਂ, ਤੁਸੀਂ ਐਵੇਂ ਸਾਡੇ ਨਾਲ ਰੋਬ ਬੰਦੇ ਹੋ ਸਾਡੇ ਉੱਤੇ। ਉਹ ਤੁਹਾਡੇ ਤੇਰੇ ਪੁੱਤਰ ਦਾ ਸਾਥ ਦੇ ਰਹੇ ਹੈ ਨਾ? ਹਾਂਜੀ ਹਾਂਜੀ। ਉਹ ਕਹਿੰਦੇ ਕਿ ਇਹਨੂੰ ਤੁਸੀਂ ਹਿੱਸਾ ਦਿਓ, ਤੁਹਾਨੂੰ ਦਬਾਅ ਪਾ ਰਹੇ ਸਨ, ਡਰਾ ਰਹੇ ਸਨ। ਅੱਛਾ, ਠੀਕ ਹੈ। ਹਥਿਆਰ ਨਾਲ ਪਿਸਤੌਲ ਲੈ ਕੇ ਆ ਜਾਣਾ, बंदूकों लेके आ जाना, ते आन ना तमाशा बहना। बेरहमी से जी एक 28 साल शख्स को कत्ल कर दिया गया। क्या वजूहात थी उसको कत्ल करने की? क्यों इतना जालमाना तरीके से एक नाहक जो है जान ली गई? इसी वाले से हम बात करेंगे SHO थाना चूचक असलम साहब से। असलम साहब बताइएगा ये क्या मामला क्या था और कत्ल की वजह क्या बनी? बिस्मिल्लाहिर्रहमानिर्रहीम।
ये है इलाका थाना चुचक में गांव है 7 जीडी। वहाँ पे महाबत अली है, उसका एक बेटा सुतेला बेटा था मुश्ताक उर्फ मुस्तफ़ा। उसके हमराही जो है ना वो नासर है, जो वटू फैमिली से बिलोंग करता है। वो उसके साथ आया कि जी आप अपने सुतेले बेटे को प्रॉपर्टी में हिस्सा दे। तो जो महाबत अली है जिसका बेटा मर्डर हुआ है, उसने कहा जी कि मैंने इसे ऑलरेडी जो है इसको ना इसका हिस्सा दे चुका हूँ, तो अब इसका हिस्सा नहीं बनता। इसी बात पे वो नाराज़ हो गया। नासर ने जो है इमरान को फायर मारा, सीधा छाती पे लगा और वो एट द स्पॉट जो है वो फौत हो गया। तो हमें 15 पे कॉल रिसीव हुई। हमने बर वक्त कार्रवाई करते हुए विद इन टाइम जो का प्रोसीडिंग्स थी वो मुकम्मल की और एज़ पर डायरेक्शंस ऑफ वर्दी IGP हमने उसे गिरफ़्तार किया जदीद टेक्निक्स को मलूज़े खातर रखते हुए। तो अब वो अल्हम्दुलिल्लाह जुडिशल लॉकअप में बंद है, तो उसको इंशाल्लाह कैफ़रे किरदार तक पहुँचाएँगे। इस वक्त जी हमारे साथ मौजूद है मकतूल के भाई और बात करते हैं इनसे। मामला कुछ इस तरह है कि एक सुतेला बेटा जो था, उसके जो साथी थे, वो चाहते थे कि सुतेले बेटे को उसके जो वालिद हैं या उसके घर वाले हैं उससे हिस्सा मिल जाए। वो ऑलरेडी जो मुदई हजरात हैं उनके मुताबिक वो हिस्सा दे चुके थे और उसका हिस्सा बनता नहीं था। इसी रंजिश में आकर एक शख्स, एक 28 साल जवान जो है जान की बाजी हार गया, उसको कत्ल कर दिया गया। बात करते हैं उसके भाई से, मकतूल के भाई से। लाला जी सब तो पहला बड़ा अफसोस है जी, दो ਤੁਹਾਡੇ ਨਾਲ ਤੇ ਤੁਹਾਡੇ ਭਰਾ ਨਾਲ ਜ਼ੁਲਮ ਹੋਇਆ ਵੇ। ਇਹ ਕਦੋਂ ਤੋਂ ਲੜਾਈ ਝਗੜਾ ਚੱਲ ਰਿਹਾ ਸੀ ਤੁਹਾਡਾ ਰੁਪਏ ਪੈਸੇ ਜਾਇਦਾਦ ਦਾ ਸੁਤੇਲੇ ਭਰਾ ਨਾਲ? ਇਹ ਸਰ ਹੈ ਤਾਂ ਸਾਲ ਡੇਢ ਦੀ ਗੱਲ ਜੀ, ਤੇ ਲੇਕਿਨ ਅੱਗੇ ਅਸੀਂ ਉਹਨੂੰ ਇੱਕ ਕਮਰਾ ਦੇ ਚੁੱਕੇ ਹਾਂ, ਯਾਨੀ ਕਿ ਹਿੱਸਾ ਦੇ ਚੁੱਕੇ ਹਾਂ। ਉਹ ਕਮਰਾ ਉਹਦਾ ਡਹਿ ਗਿਆ, ਉਹਨੇ ਆਖਿਆ ਵੀ ਦੁਬਾਰਾ ਮੈਨੂੰ ਇੱਕ ਕਮਰਾ ਹੋਰ ਦਿੱਤਾ ਜਾਵੇ। ਉਹਦੇ ਨਾਲ ਅੱਲਾ ਵਦਾਇਤ ਦਾ ਅੱਬੂ ਆਇਆ, ਉਹ ਸਾਡੇ ਨਾਲ ਲੜਦੇ ਰਹੇ ਨੇ ਵੀ ਇਹਨੂੰ ਹਿੱਸਾ ਦਿਓ, ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੀ ਸਾਂ ਅੱਲਾ ਵਦਾਇਆ। ਤੇ ਉਹਦੇ ਵਾਲਿਦ ਕੀ ਲੱਗਦੇ ਨੇ ਤੁਹਾਡੇ ਸੁਤੇਲੇ ਭਰਾ ਦੇ? ਉਹ ਜੀ ਅਸੀਂ ਜੱਡੂ ਹਾਂ ਜੀ। ਅੱਛਾ, ਨਾਲ ਉਹਨਾਂ ਦੇ ਬਸ ਤੂੰ ਦੋਸਤੀ ਸੀ ਉਹਨਾਂ ਦੀ? ਜੀ ਉਹ ਪਾਊਡਰ ਵੇਚਦੇ ਨੇ, ਨਸ਼ੇ ਦਾ ਕੰਮ ਕਰਦੇ ਨੇ, ਮਨਸ਼ਾਦ ਵੇਚਦੇ ਨੇ। ਅੱਲਾ ਵਦਾਇਆ ਵੀ ਨਾਸਰ ਵੀ, ਇਹਨਾਂ ਦੀ ਸਵਾਣੀਆਂ ਵੀ ਮਨਸ਼ਾਦ ਵੇਚਦੀਆਂ ਨੇ। ਜਿਹੜੇ ਨਾਸਰ ਉਰੀ ਨੇ, ਵੱਧੇ ਉਰੀ ਨੇ, ਅੱਲਾ ਵਦਾਇਆ ਉਰੀ, ਇਹਨਾਂ ਦੀ ਸਵਾਣੀਆਂ ਵੀ ਅੱਜ ਕੱਲ੍ਹ ਪਾਊਡਰ ਵੇਚਦੀਆਂ ਪਈਆਂ। ਮਨਸ਼ਾਦ ਸ਼ਰੇਆਮ ਵਿਕਦਾ ਪਿਆ, ਇੰਝ ਵਿਕਦਾ ਪਿਆ ਜਿਵੇਂ ਹੱਟੀਆਂ ਤੇ ਸੌਦਾ ਵਿਕਦਾ ਹੈ, ਇਸ ਤਰੀਕੇ ਵਿਕਦਾ ਪਿਆ ਹੈ। ਤੁਹਾਡੇ ਪੁੱਤਰ ਨੂੰ ਮਾਰਿਆ ਕਿਉਂ ਨੇ? ਕਿਸ ਤਰ੍ਹਾਂ ਮਾਰਿਆ ਸਨ? ਫਿਰ ਕੀ ਵਜ੍ਹਾ ਬਣੀ? ਫਿਰ ਇਸੇ ਵਜ੍ਹਾ ਤੋਂ ਜੀ ਦੂਜੇ ਦੇ ਅੱਗੂ ਇੱਕ ਤੇ ਉਹ ਆ ਗਿਆ ਰਾਤੀ, ਠੀਕ ਹੈ, ਬਾਬ ਹੈ ਜਿਹੜਾ ਉਹ ਇਹਦਾ ਪੋਤਰੇ ਪਿਓ ਹੈ ਅੱਲਾ ਵਦਾਏ ਦਾ। ਉਸ ਆਖਿਆ ਮੈਂ ਛੋਰਾ ਨੂੰ ਮਸੱਠੇ ਲਿਆ। ਛੋਰਾ ਆਖਿਆ ਵੀ ਮੈਂ ਨੂੰ ਤੂੰ ਛੱਡ ਦੇ, ਛੋਰਾ ਨੂੰ ਤੂੰ ਨਾ ਠਾਲੂ ਨਾ ਨੂੰ ਤੂੰ ਆਵਣ ਦੇ। ਅੱਗੂ ਦੂਜਾ ਦੇ ਜੀ ਪਿਆ ਤੇ ਉਹ ਤਰਵੇ ਲੱਗੇ ਆਏ ਨੇ ਬਾਪ ਦਾ ਪੁੱਤਰ ਤੇ ਉਹ ਸਾਡਾ ਛੋਰ ਤੇ ਇਹ ਆਏ ਨਾਸੇ ਘਰ ਆ ਗਏ ਤੁਹਾਡੇ? ਘਰ ਆ ਗਏ ਜੀ ਬੂਹੇ ਅੱਗੇ। ਇੱਥੋਂ ਲਾ ਕੇ ਸਾਹਿਬਾਦ ਬਣ ਜਾਂਦਾ, ਜਿਵੇਂ ਅੱਡਾ ਇਹਨਾਂ ਪਾਤੇ ਨਾਂਦੀ ਬਸਤੀ ਹੈ, ਇੱਥੇ ਸਾਡਾ ਘਰ ਹੈ। ਅੱਛਾ, ਉਹ ਜੀ ਘਰ ਆ ਗਏ ਨੇ, ਉਹਨਾਂ ਦਸਤਾ ਕੁੰਡਾ ਖੜਕਾਇਆ ਹੈ। ਉਹ ਮੇਰਾ ਛੋਰ ਜਿਹੜਾ ਮਾਰਨ ਵਾਲਾ ਉਹ ਬਾਹਰ ਨਿਕਲਿਆ ਹੈ। ਅੱਛਾ, ਜਿਹੜਾ ਮੁੰਡਾ ਕਤਲ ਹੋਇਆ? ਜਿਹੜਾ ਕਤਲ ਤੁਹਾਡਾ ਹੋਇਆ ਬੇਟਾ? ਹਾਂ, ਉਹ ਬਾਹਰ ਨਿਕਲਿਆ ਹੈ। ਠੀਕ ਹੈ। ਉਸ ਵੇਲੇ ਮੁਸਤਾਕ ਤੇ ਅੱਲਾ ਵਦਾਇਆ ਆਖਿਆ ਮਾਰ ਰੂ ਫੈਰ ਉਤਰੇ ਨੂੰ ਪਤਾ ਸੀ ਵੀ ਨਿਕਲ ਪਿਆ ਹੈ, ਦਰਵਾਜ਼ੇ ਚੋਂ ਅਸੀਂ ਵੀ ਨਿਕਲ ਪਿਆ ਹੈ। ਇਹਨਾਂ ਦੋਹਾਂ ਆਖਿਆ ਅੱਲਾ ਵਦਾਇਆ ਤੇ ਮੁਸਤਾਕ ਵੀ ਇਹਨੇ ਫੈਰ ਮਾਰ ਕੇ ਵੇਖਿਆ ਨਾ ਬਕਵਾਸ ਕਰਦਾ। ਉਸ ਉਹ ਜੀ ਫੈਰ ਮਾਰ ਦਿੱਤਾ, ਆ ਇੱਥੇ ਲੱਗਾ ਉਹ ਸਿੱਧਾ ਫੈਰ ਮਾਰਿਆ? ਸਿੱਧਾ ਫੈਰ ਮਾਰਿਆ, ਇੱਥੇ ਆ ਲੱਗਾ। ਤੁਹਾਡਾ ਸੁਤੇਲਾ ਪੁੱਤਰ ਉਸ ਟਾਈਮ ਨਾਲ ਹੀ ਸੀ? ਨਾਲੇ ਜੀ। ਉਹਨੇ ਬਚਾਇਆ ਨਹੀਂ? ਨਹੀਂ ਜੀ ਨਹੀਂ, ਉਹਨੇ ਬਸ ਕਿਹਾ ਮਾਰੋ? ਹਾਂਜੀ ਹਾਂਜੀ, ਉਹਨੇ ਵੀ ਆਖਿਆ ਅੱਲਾ ਵਦਾਇਆ ਵੀ ਆਖਿਆ ਮਾਰੋ। ਉਸ ਟਾਈਮ ਫਿਰ ਤੁਹਾਡਾ ਪੁੱਤਰ ਨੂੰ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂ ਕੀ ਮਾਮਲਾ ਬਣਿਆ? ਉੱਥੇ ਜੀ ਅੱਧਾ ਘੰਟਾ ਉਹ ਖੜਾ ਰਿਹਾ, ਦਾਬੇ ਮਾਰਦਾ ਰਿਹਾ। ਹੁਣ ਹਲਿਆ ਆਇਆ ਖਬਰ ਹੁਣ ਤੁਹਾਡੇ ਨਾਲ ਗੋਲੀ ਮਾਰ ਕੇ ਬਾਅਦ ਜੀ ਵੀ ਅੱਧਾ ਘੰਟਾ ਖੜਾ ਰਿਹਾ, ਉੱਥੇ ਖਲੋਤਾ ਰਿਹਾ? ਹਾਂਜੀ ਹਾਂਜੀ। ਤੇ ਤੁਸੀਂ ਆਪਣੇ ਪੁੱਤਰ ਨੂੰ ਅੱਗੇ ਬਚਾਉਣ ਜੋਗੇ ਨਹੀਂ ਜਾ ਸਕੇ? ਅਸੀਂ ਜੀ ਅੱਗੂ ਸਾਨੂੰ ਵੀ ਫੈਰ ਮਾਰਨਾ ਮੈਂ, ਅਸੀਂ ਤਾਂ ਥੋੜਾ ਬੇਟਾ ਤੁਹਾਡਾ ਤੇ ਡਿੱਗ ਪਿਆ, ਤੜਪ ਲਾ ਪਿਆ? ਹਾਂ ਡਿੱਗ ਪਿਆ ਜੀ। ਅੱਛਾ। ਮੁੜ ਜੀ ਉਹ ਕਿਸੇ ਪਿੰਡ ਦੇ ਬੰਦੇ ਕੈਰੀ ਡੱਬੇ ਨੂੰ ਫੋਨ ਕੀਤਾ ਹੈ, ਅਸੀਂ ਉਹ ਕੈਰੀ ਡੱਬੇ 'ਚ ਪਾਇਆ ਤੇ ਸਾਡੇ ਪੱਧਰਾਂ ਤੋਂ ਅੱਗੇ ਗਏ ਆ ਨਾ, ਦਰਬਾਰ ਮੁਹੰਮਦ ਗਾ ਉਸ ਤੋਂ ਅੱਗੇ ਪੱਧਰਾਂ ਚੱਕ ਕੇ ਉਸ ਤੋਂ ਅੱਗੇ ਗਏ ਤੇ ਉੱਥੇ ਉਹ ਸਾਹ ਦਿੱਤੇ ਸਾਰੇ ਬਹੁਤ ਹੋ ਗਿਆ। ਉੱਥੋਂ ਅਸੀਂ ਹਟਾ ਕੇ ਘਰ ਲੈ ਆਏ ਹਾਂ। ਹੁਣ ਤੁਹਾਡਾ ਜਿਹੜਾ ਮੁਲਜ਼ਮ ਹੈ ਉਹ ਗ੍ਰਿਫਤਾਰ ਹੈ? ਉਹ ਇੱਕ ਹੀ ਗ੍ਰਿਫਤਾਰ ਹੈ ਤੇ ਦੋਵੇਂ ਅਜੇ ਜਿਹਨੇ ਫਾਇਰ ਮਾਰਿਆ ਉਹਦਾ ਕੀ ਨਾਂ ਸੀ? ਉਹਦੇ ਨਾਂ ਨਾਸਿਰ ਹੈ ਜੀ। फड़या गया? हाँ जी, वो फड़या गया। फड़या गया। जी हमारे साथ मौजूद हैं मकतूल के चचा।
और उनसे हम बात करते हैं सारे मामले के हवाले से। सर जी, ये दसो जी कि जिहड़ा तुहाडा कज़न कतल होया वे ਇਹ ਸ਼ਾਦੀशुदा ਸੀ जी शादीशुदा सी हाँ ते दो बेटे एक बेटी बेटा इस ते दो बेटियां इस ते ਕੀ ਉਮਰਾਂ ਨੇ ਬੱਚਿਆਂ ਦੀਆਂ? छोटे छोटे ने जी 50 साल का इस तरह छोटे छोटे ते बेटी जड़ी है ना साडी नो वो भी बिल्कुल ही जड़ी ना हाली ती छोरी है हले भी छोरी है ते बहुत जुल्म होया गया इन्हें अगे भी 2-3 इस नासर ने बंदे मारे हुए। ਅੱਛਾ, हाँ इस 2-3 बंदे इस अगे भी मारे हुए। ਤੁਹਾਡੇ ਨਾਲ ਝਗੜਾ ਕੀ ਸੀ ਨਾਸਰ ਦਾ? झगड़ा आंदा जी यही आ भी वो जेड़ा साडा मेरा मित्र है पिथेरा ना वो सुनवांदा भी तुसी हिस्सा दिओ असां अगे हिस्सा नूं दे चुके हैं उस तुनां दे नाल आंदा भी दोबारे मोड़ नहीं हिस्सा दिओ। वो आया एवें गल्लां बाती दे विच ही ना वो कुंडी खड़काई ने बाहर निकलिया गल्लां बाती दे विच ही ना वो छोर भी कोई कावड़ कीती इस भी कावड़ कीती वो कावड़ दे विच इस फायर जख्म मारिया इत्थे फायर लगा इस पासों निकल आया जी ते उस टाइम ते जे मुड़ भी ना आखे भी असां मैं दूए नूं मारना वड्डे छोर नूं भी बंदियां नूं बड़ा काबू किया कोई अद्धा घंटा 20 मिनट जी उत्थे खड़ा रहा इत्थे दा पिस्तौल है बंदे पिछले बंदे नूं लक तू जफ्फा गत्ते होया ਅੱਛਾ, वो नूं दकदा पैंदी कंड मगरू इंदा मूंह वगी इत्थे दा पिस्तौल है आखे नहीं मैं बंदा दूआ भी मार के जाना इन्हें ड्रामा बनाया मैंने दोस्तों भी नहीं बारी आख्या भी इनू कोई ना आखो इनू फिर कमरा नहीं देंदे इनू गुरु चेक सट देना वो कर देना। उस टाइम के उत्ते जी अद्धा घंटा बंदे मैनू धक के ले गए। उस तो बाद असी आपते अपने ਉਹ ਮੁੰਡਾ ਤੁਹਾਡੇ ਸਾਹਮਣੇ ਤੁਹਾਡਾ ਜਿਹੜਾ वो सामने डिग्गा पिया जी वो तो तड़पदा रहा, गोली लगी? हाँ गोली लगी वो तो नेड़े आउंदे ही नहीं अभी पीछे होर ना किसी ने फायर मारे वो जैसे कोई 20-25 अद्धे घंटे बाद धक के वापसी ले गए। उस टाइम ते असी गए तो चुक्या चुक के तो गड्डी दे विच गत्या बाले फिर तू दरबार ते कोल अगले मने साह च दित्ते असां वन फाई ते काल इत्थों निकल गए पिंडू ही कर लिया उस ते साडा रबता होंदा पिया पुलिस नाल भी मिंट भी असीं पहुँच रहे उत्थे बंदे साह च दित्ते उस मेरे छोर वन फाई ते काल कीती मैं कहा पिछा तू वापसी होन जे सिवा ना तू काल हुकूमत दी तू दस भी बंदा तो मर गया उस दस्या बंदा मर गया उत्थों सा बंदा वापस लिया ते उस टाइम ते अपनी पुलिस जड़ी है ये भी गए इन्ना बड़ा साडा हलफ उस टाइम ते कीता है FC भी अपना मने वाला वो भी मौके ते आया है। ਤੇ ਤੁਹਾਡੇ ਜਿਹੜਾ ਵੇ ਆਪਣਾ ਜਿਹੜਾ ਤੁਹਾਡਾ ਜਿਹੜਾ ਸਤੇਲਾ ਭਰਾ ਹੈ ਜੀ ਜੀ ਉਹ ਵੀ ਨਾਲ ਨਾਲ ਇਹਨਾਂ ਦੇ ਕੋਲ ਰਹਿੰਦਾ ਹੈ? ਹਾਂਜੀ ਹਾਂਜੀ ਉਹਨਾਂ ਦਾ ਪਾਊਡਰ ਵੇਚਦਾ ਸੀ ਉਹਨਾਂ ਦੇ ਨਾਲ ਉਹਨਾਂ ਦਾ ਮਾਲ ਮੂਲ ਪੱਟੇ ਗਾਂਦਾ ਪਾਊਡਰ ਵੇਚਣਾ ਉਹਨਾਂ ਦੇ ਨਾਲ ਹੀ ਰਾਣਾ ਰੋਣਾ ਉਹਨਾਂ ਦੀ ਵਜ੍ਹਾ ਤੋਂ ਉਹ ਹਮਦਰਦੀ ਦੀ ਵਜ੍ਹਾ ਤੋਂ ਵੀ ਸਾਡਾ ਕੰਮ ਕਰਦਾ ਹੈ ਉਹਦੀ ਵਜ੍ਹਾ ਤੋਂ ਸਾਡੇ ਕੋਲ ਆਉਣਾ ਉਹਨਾਂ ਧਮਕੀਆਂ ਸਾਨੂੰ ਦੇਣੀਆਂ ਅਸੀਂ ਅੱਗੋਂ ਮਾਫੀਆਂ ਮੰਗਣੀਆਂ ਹੱਥ ਜੋੜ ਲੈ ਵੀ ਸਾਨੂੰ ਮਾਫੀ ਦਿਓ ਅਸੀਂ ਗਰੀਬ ਬੰਦੇ ਆ ਦਿਹਾੜੀ ਦੱਪਾ ਵਾਲੇ ਬੰਦੇ ਆ ਵੀ ਸਾਡੇ ਕੋਲ ਕਿਸ਼ਾ ਅੱਗੇ 2 ਕਮਰੇ ਨੇ ਉਹ ਇਹਨਾਂ ਚ ਦੇ ਵੀ ਤਾਂ ਅਸੀਂ ਬਾਲ ਬੱਚਾ ਲੈ ਕੇ ਕਿਤੇ ਜਾਵੀਏ ਉਹ 2-3 ਦਿਨ ਆਉਂਦੇ ਰਹੇ ਨੇ ਇੱਕ ਦੋ ਅਸੀਂ ਅੱਗੋਂ ਇਨਕਾਰ ਕੀਤਾ ਸਾਨੂੰ ਗਾਲੀ ਗੂਲੀ ਕੱਢ ਕੇ ਵਗ ਗਏ ਬੰਦਿਆਂ ਬੁੰਦਿਆਂ ਨੇ ਉਹਨਾਂ ਨੂੰ ਪਿੱਛਾ ਗੱਲਿਆ ਦਾੜੀਆਂ ਦੂੜੀਆਂ ਫਾੜ ਕੇ ਵੀ ਮੀਆਂ ਵਗ ਜਾਓ ਮਿਹਰਬਾਨੀ ਕਰੋ ਗਰੀਬ ਬੰਦੇ ਨੇ ਕੀ ਆਖੂ। ਉਸ ਤੋਂ ਬਾਅਦ ਜੀ 2 ਦਿਨ 3 ਦਿਨ ਠਹਿਰ ਕੇ ਆਇਆ ਹੈ ਅੱਲਾ ਵਧਾਇਆ ਤੇ ਮੁਸ਼ਤਾਕ ਤੇ ਨਾਸਰ ਵੱਟੂ ਇਹ ਆਏ ਨੇ ਜੀ ਇਹਨਾਂ ਬੂਹਾ ਖੜਕਾਇਆ ਸਾਡਾ ਅਸੀਂ ਅੰਦਰ ਬੈਠੇ ਹਾਂ ਜੀ ਮੇਰਾ ਭਾਈ ਮੁਹੰਮਦ ਇਮਰਾਨ ਨਿਕਲਿਆ ਬਾਹਰ ਜਿਹਨੂੰ ਫਾਇਰ ਲੱਗਾ ਉਹ ਬਾਹਰ ਨਿਕਲਿਆ ਉਹਨੇ ਕੋ ਵੇਖਿਆ ਤੇ 3 ਜਣੇ ਖੜੇ ਹਨ ਬਾਹਰ ਇਹਨਾਂ ਆਖਿਆ ਕਿਉਂ ਹੈ ਇਹਨੂੰ ਹਿੱਸਾ ਕਿਉਂ ਨਹੀਂ ਦਿੰਦੇ ਹੋ ਮੁਫਤੀ ਨੂੰ ਉਹ ਸੜੋਸ ਆਖਿਆ ਜੀ ਅੱਗੇ ਅਸੀਂ ਹਿੱਸਾ ਦਿੱਤਾ ਤੇ ਬਰਬਲ ਮੈਂ ਆਦੇ ਅੱਬੂ ਨੂੰ ਸਦਨਾ ਤੇ ਜਿਵੇਂ ਤੁਸੀਂ ਆਖਿਆ ਸੀ ਉਵੇਂ ਕਰ ਲਿਆ ਤੁਹਾਡੀ ਮਿਹਰਬਾਨੀ ਸਾਡੇ ਨਾਲ ਲੜਿਆ ਹੈ ਨਹੀਂ ਉਹ ਸੜ ਇਹਨਾਂ ਆਖਿਆ ਤੂੰ ਤਾਂ ਇੰਜ ਕਰਨਾ ਗਾਲੀ ਗੂਲੀ 3-4 ਕੱਢੇ ਹੁੰਦੇ ਉਸ ਵੇਲੇ ਮੇਰੇ ਭਾਈ ਇਮਰਾਨ ਨੇ ਵੀ ਗਾਲ ਦਿੱਤੀ ਵੀ ਤੁਸੀਂ ਐਵੇਂ ਗਾਲੀ ਦਿੱਤੀ ਜਾਂਦੇ ਅਸੀਂ ਜਦੋਂ ਪਿਆ ਨੇ ਵੀ ਮੁੜ ਵੀ ਹਿੱਸਾ ਲੈਣਾ ਤੇ ਲੈ ਲਓ ਵੀ ਸਾਨੂੰ ਮਾਫੀ ਦਿਓ। ਉਸ ਵੇਲੇ ਜਿਸ ਵੇਲੇ ਉਹਨੇ ਗਾਲੀ ਗੂਲ ਦਿੱਤੀਆਂ ਅਸੀਂ ਅੰਦਰੋਂ ਸੁਣਿਆ ਵੀ ਬਾਹਰ ਕੀ ਖੜੋ ਖਰਨਾ ਵੀ ਸ਼ੋਰ ਸ਼ਰਾਬਾ ਬਣ ਗਿਆ ਅਸੀਂ ਬਾਹਰ ਨਿਕਲੇ ਬਾਹਰ ਯਾਬੂਏ ਦੇ ਅੱਗੇ ਆਇਆ ਤੇ ਅੱਗੂ ਵੇਖਿਆ ਤੇ 3 ਜਣੇ ਖੜੇ ਹਨ ਇਹਨਾਂ ਇਮਰਾਨ ਤੇ ਉਹ ਆਪਸ ਵਿੱਚ ਗਾਲੋ ਗਾਲੀ ਹੋਏ ਖੜੇ ਸੀ। ਉਸ ਵੇਲੇ ਅੱਲਾ ਵਧਾਏ ਤੇ ਮੁਸ਼ਤਾਕ ਨੇ ਆਖਿਆ ਵੀ ਮਾਰ ਇਹਨੂੰ ਫੈਰ ਇਹ ਕਿਵੇਂ ਅੱਗੋਂ ਬਕਵਾਸ ਕਰਦਾ ਗੁਸਾਂਗੇ ਆਪਾਂ ਨੂੰ ਗਾਲੀ ਦਿੰਦਾ ਆਪਾਂ ਐਡੇ ਬਦਮਾਸ਼ ਆ ਐਡੇ ਨਾਮੀ ਗ੍ਰਾਮੀ ਕਾਤਲੀ ਆ ਇਹ ਆਪਾਂ ਨੂੰ ਗਾਲੀ ਦਿੰਦਾ ਅੱਗੋਂ। था क्या ये जैसे आप बता रहे हैं कि जायदाद के वो कह रहा था सौतेले बेटे को हिस्सा दें तो जिस शख्स को कह रहा था उन्हीं के बेटे को उसने गोली मार दी क्या कत्ल हुआ कैसे था ये कत्ल हुआ था महाबत अली जो मुस्तगीस मुकदमा है ना इसका बेटा सुतेला बेटा है मुश्ताक उर्फ मुस्तफ़ा जो नासर है इसने कहा जी इसको हिस्सा दें जायदाद में से जिसको कत्ल किया है? जिसको हाँ जी जिसको कत्ल किया उससे कहा जी किसे हिस्सा दें मुश्ताक उर्फ मुस्तफ़ा को जो सुतेला बेटा है महाबत का
तो इस पे जो है ना वो बरहम हो गया। जो साथ आया था नासिर, वो क्रिमिनल है, ऑलरेडी रिकॉर्ड याफ्ता है, उसने वहीं एट द स्पॉट जो वो फायर मारा, मौका पर डेथ हो गई इसकी। ये जो सौतेले बेटे के साथ जो शख्स आया था वो चाहता था कि उस सौतेले बेटे को हिस्सा मिले, कोई ना कोई उसका अपना इंटरेस्ट भी होगा इसमें। जी ज़ाहिरी बात है, वो उसी के पास रहता था, उसी का उससे उसका काफ़ी इंटरेस्ट है इसमें। तो ये लोग जिनके पास हिस्सा मांगने आए थे उनके बेटे को उन्होंने गोली मार दी। जी, मोहब्बत अली के बेटे को गोली मार दी। एट द स्पॉट वहीं पर एट द स्पॉट पहले मैं कर चुका कत्ल कोई। हाँ जी, ਇਹਨੇ ਜੀ ਬੜੇ ਕਤਲ ਕੀਤੇ ਉਹਨੇ ਨਾਸਰ ਨੇ। ਜਿਹਨੇ ਤੁਹਾਡੇ ਭਰਾ ਨੂੰ ਮਾਰਿਆ, ਤੁਹਾਡੇ ਭਰਾ ਨੂੰ ਮਾਰਿਆ। ਹਾਂਜੀ ਹਾਂਜੀ, ਇਹਦੇ ਤੇ 6-7 ਪਰਚੇ ਨੇ 302 ਦੇ। तो बाकी कत्ल कितने ने खाली बच्चे ਵਾਕਿਆ ਹੀ ਕਤਲ ਕੀਤੇ ਨੇ, ਵਾਕਿਆ ਹੀ ਕਤਲ ਕੀਤੇ। बच किस तरह ਜਾਂਦਾ ਫਿਰ? ਬਾਜ ਸਾਰ ਧਮਕੀਆਂ ਦਿੰਦਾ, ਜਿਵੇਂ ਸਾਨੂੰ ਧਮਕੀਆਂ ਦਿੰਦਾ, ਸਾਨੂੰ ਵੀ ਧਮਕੀਆਂ ਕਾਫੀ ਦਿੱਤੀਆਂ। ਕੱਲ ਨੂੰ ਤੁਸੀਂ ਸੁਲ੍ਹਾ ਕਰ ਲੋਗੇ? ਅਸੀਂ ਸਰ ਸੁਲ੍ਹਾ ਕਿਤੇ ਕਰਨੀ, ਅਸੀਂ ਮਾਰ ਤਾਂ ਜਸਾਂ ਸੁਲ੍ਹਾ ਨਹੀਂ ਕਰਨੀ। ਸੁਦਾ ਦਵਾਗੇ ਨੂੰ? ਹਾਂਜੀ। ਅੱਛਾ। ਉਸ ਲਈ ਸਾਰਾ ਉਹਨਾਂ ਅੱਲਾ ਵਦਾ ਤੇ ਮੁਸ਼ਤਾਕ ਨੇ ਆਖਿਆ ਮਾਰ ਇਹਨੂੰ ਫੈਰ, ਕਿਉਂ ਕੋਈ ਬਕਵਾਸ ਕਰਦਾ ਆਪਾਂ ਨੂੰ, ਇਤਨੇ ਆਪਾਂ ਬਦਮਾਸ਼ ਆਂ ਕਿਤੇ ਮੁੜ ਵੀ ਕੋਈ ਬੋਲਦਾ ਪਿਆ ਆਪਣੇ ਨੂੰ, ਇਹਦੀ ਕੀ ਔਕਾਤ ਹੈ। ਉਸ ਨੇ ਨਾਸਰ ਨੇ ਫੈਰ ਮਾਰਿਆ, ਇਹ ਫੈਰ ਲੱਗਾ ਜੀ, ਗੋਲੀ ਲੱਗੀ। ਮੇਰਾ ਭਾਈ ਉੱਥੇ ਡਿੱਗ ਪਿਆ ਸੀ, ਭੱਜੇ ਆਂ ਵੀ ਆਦੇ ਭਾਈ ਨੂੰ ਉਠਾਵੀਏ, ਵੀ ਪਤਾ ਕਰੀਏ ਵੀ ਕੀ ਬਣਿਆ, ਵੀ ਅੱਲਾ ਬਚਾਓ ਉਸ। ਅਸੀਂ ਭੱਜੇ ਆਂ ਤੇ ਅੱਗੂ ਵੇਖਿਆ ਤੇ ਅੱਗੂ ਜਿਵੇਂ ਭੱਜਣ ਲੱਗਿਆ ਉਸ ਵੇਲੇ ਲਲਕ ਰਿਹਾ ਅੱਗੂ, ਦੂਏ ਕੋਲ ਵੀ ਹਥਿਆਰ ਹੈ ਅੱਲਾ ਵਧਾਏ ਕੋਲ। ਇਹਨਾਂ ਆਖਿਆ ਜਿਹੜਾ ਨੇੜੇ ਆਇਆ ਸੀ ਉਹਨੂੰ ਵੀ ਗੋਲੀ ਮਾਰ ਦਿਸਾਂ। ਇੰਜ ਨਾਲ ਹਥਿਆਰ ਲਹਿਰਾਏ ਉੱਤੇ, ਇਹ ਲਹਿਰਾ ਕੇ ਤੇ ਲਲਕ ਰਿਹਾ ਸਾਨੂੰ। ਉਸ ਲਈ ਅਸੀਂ ਪਿੱਛਾ ਹੋ ਕੇ ਡਰਦੇ ਮਾਰਦੇ ਵੀ ਅਗਲੇ ਸਾਡਾ ਵਿਰਾਹ ਮਾਰੀ ਬੇਟੇ ਸਾਡੇ ਨਾਲ ਕਰ ਕੀ ਕਰ ਸੇ। ਅਸੀਂ ਪਿੱਛੇ ਹੋ ਗਿਆ, ਮੁਲਕ ਜੁੜਿਆ ਪਿੰਡ ਦਾ, ਉਹਨਾਂ ਇਹਨਾਂ ਦੀ ਦਾੜੀਆਂ ਦੂੜੀਆਂ ਫੱਦੀਆਂ, ਮਿੰਨਤਾਂ ਤਰਲਿਆਂ ਨਾਲ ਪੈਰੀ ਹੱਥੀ ਲਾ ਕੇ ਤੇ ਤਰਲਿਆਂ ਨਾਲ ਇਹਨਾਂ ਨੇ ਗਲਾਇਆ। ਕਿੱਲਾ ਡੂਡ ਪੱਦ ਹੈ ਸਾਡੇ ਟਰਾਂਸਫਾਰਮਰ ਕੋਲ ਬਾਜ਼ਾਰ ਜਿਹੜਾ ਮੁੜਦਾ ਹੈ, ਉਹ ਤਨ ਤੱਕ ਇਹਨਾਂ ਦੀ ਦਾੜੀਆਂ ਫੱਦੇ ਕਰ ਬੰਦੇ ਮਿੰਤਾ ਕਰਦੇ ਰਹੇ। ਹਾਂਜੀ, ਮਿੰਨਤਾਂ ਵੀ ਜਿਵੇਂ ਜਾਣਦੇ ਉਹਨਾਂ ਦਾ ਬੰਦਾ ਮਾਰ ਗਿਆ ਨੇ, ਗੋਲੀ ਲੱਗ ਗਈ, ਤੁਸੀਂ ਉਹਨਾਂ ਨੂੰ ਮਾਫੀ ਦਿਓ, ਅੱਗੇ ਬੰਦਾ ਮਾਰੇ ਹੁਣ ਕੀ ਕਰੂਗਾ। ਉਸ ਲਈ ਫਿਰ ਵਾਪਸ ਗਏ ਨੇ ਦਾੜੀਆਂ ਮਿੰਨਤਾਂ ਨਾਲ। ਉਸ ਤੋਂ ਬਾਅਦ ਵਿੱਚ ਅਸੀਂ ਆਪਦੇ ਭਾਈ ਦੇ ਨੇੜੇ ਹੋਏ ਹਾਂ। ਅਸੀਂ ਜਿਸ ਨੇੜੇ ਹੋਏ ਤੇ ਉਹ ਟੱਪਦਾ ਨੱਚਦਾ ਪਿਆ ਜੀ, ਤੜਫਦਾ ਪਿਆ। ਉਸ ਲਈ ਜੀ ਕਿਸੇ ਫੋਨ ਕੀਤਾ, ਸਾਨੂੰ ਤਾਂ ਹੋਸ਼ ਹੀ ਨਹੀਂ ਰਿਹਾ ਵੀ, ਅਸੀਂ ਤਾਂ ਸਦਮਾ ਵੇਖਿਆ ਐਡਾ ਵੱਡਾ। ਕਿਸੇ ਨੇ ਫੋਨ ਕੀਤਾ, ਆ ਗਈ ਕਾਰ ਵੈਗਨ ਜੀ, ਉਹਦੇ ਵਿੱਚ ਅਸੀਂ ਪਾ ਲਿਆ। ਅਸੀਂ ਦਰਬਾਰ ਬਾਲਾ ਪੀਰ ਥੋੜਾ ਜਿਹਾ ਅੱਗੇ ਗਏ ਤਾਂ ਉੱਥੇ ਸਾਡਾ ਵਿਰਾਹ ਪਾ। ਅੱਲਾਹ ਤਾਲਾ ਸਬਰ ਦੇ ਤੇ ਜੀ। ਸਰ ਬੜਾ ਜ਼ਿਆਦਤੀ ਹੋਈ, ਬੜਾ ਜ਼ੁਲਮ ਹੋਇਆ। ਇਹ ਬਹੁਤ ਹੀ ਬੰਦੇ ਜ਼ਾਲਿਮ ਨੇ, ਬਹੁਤ ਹੀ ਜ਼ਾਲਿਮ ਨੇ। ਸਾਡੀ ਇਹ ਖੁਦਾ ਵਾਸਤੇ ਅਪੀਲ ਹੈ, ਇਹ ਹੱਥ ਨਾ ਜੋੜੋ, ਬੇ ਮਿਹਰਬਾਨੀ ਕੀਤੀ ਜਾਵੇ। ਇਹੋ ਜਿਹੇ ਬੰਦੇ ਤੇ ਗੋਲੀ ਦੇ ਆਰਡਰ ਦੇ ਨੇ, ਇਹਨਾਂ ਬੰਦਿਆਂ ਨੂੰ ਕਾਨੂੰਨ ਦੇ ਸਜ਼ਾ ਨਹੀਂ ਮੁਤਾਬਿਕ ਹੋਣੀ ਚਾਹੀਦੀ, ਗੋਲੀ ਦਾ ਆਰਡਰ ਹੋਣਾ ਕਾਨੂੰਨ ਦੇ ਮੁਤਾਬਿਕ ਜਿਹੜੀ ਸਜ਼ਾ ਹੋਏਗੀ ਉਹ ਤੁਹਾਨੂੰ ਯਕੀਨਨ ਉਹਨੂੰ ਅਗਰ ਤੁਸੀਂ ਆਪਣੇ ਮੁਕੱਦਮੇ ਤੇ ਕਾਇਮ ਰਹੇ ਤਾਂ ਯਕੀਨਨ ਉਹਨੂੰ ਮਿਲੇਗੀ। ਜੀ ਜੀ। ਤੁਸੀਂ ਇਹ ਦੱਸੋ ਕਿ ਪੁਲਿਸ ਨੇ ਫਿਰ ਤਾਵਨ ਕੀਤਾ ਤੁਹਾਡਾ? ਹਾਂਜੀ, ਪੁਲਿਸ ਮਾਸ਼ਾਅੱਲਾ ਸਾਡੇ ਨਾਲ ਬਹੁਤ ਅੱਛਾ ਤਾਵਨ ਕਰ ਰਹੀ। ਪਰਚਾ ਕਰਾਇਆ ਤੁਸੀਂ ਫਿਰ? ਜੀ ਜੀ। ਬੰਦਾ ਵੀ ਫੜ ਲਿਆ ਤੁਹਾਡਾ? ਫੜ ਲਿਆ ਸੀ, ਇੱਕ ਫੜ ਲਿਆ ਸੀ, ਦੂਸਰੇ ਤੇ ਬਗੈਰ ਨੇ ਜੀ, ਵੀ ਅਸੀਂ ਉਹਨੂੰ भी फाड़ने आए जी। बहरहाल नाज़रीन, ये मामला है जिस तरह के इस भाई ने बता दिया कि इनके भाई को किस तरह कत्ल किया गया, और जिस शख्स के बारे में ये बता रहे हैं मुबैना तौर पर, जो शख्स जो इनके भाई का कातिल है, बकौल इनके मुबैना तौर पर वो पहले से भी कई कत्ल के मुकदमात में वो मुलविस रहा है, कत्ल करने में मुबैना तौर पर वो मुलविस रहा है। तो लम्हा फ़िक्रिया ये है हमारे माशरे में कि अगर एक शख्स पहले कत्ल कर चुका है और उसको पकड़ा भी जाता है, उसके खिलाफ कानूनी कार्रवाई भी होती है, लेकिन कहाँ पर ऐसी पेचीदगियाँ हैं कि वो मुद्दइयों को डरा धमका के या उनसे सुलहनामा करके या पैसे दे दिला के ये लोग बच जाते हैं। अगर पहले जो कत्ल, अगर वो मुबैना तौर पर उसने कत्ल किए थे, अगर उसको उसकी सज़ा मिलती तो शायद ये अभी जो जवान कत्ल हुआ है वो अपने बाप की या भाइयों की नज़रों के सामने कत्ल ना होता, ना उसको मारा जाता। बहरहाल इस चीज़ पर गौर करने की ज़रूरत है कि पुलिस तो अपना काम कर लेती है बहुत सारे मामलात में, जैसे कि अभी भी पुलिस ने कार्रवाई की, वो शख्स को पकड़ लिया, उसके खिलाफ कानूनी कार्रवाई कर रहे हैं। अब आगे चलकर मामलात इस तरह बेहतर होने चाहिए कि कोई मुद्दई को डरा के धमका के या उसको पैसे के लालच दे के तो केस वापस ना दिलवा सके। तो ऐसे लोगों को जो क्रिमिनल्स हैं कानून के मुताबिक सज़ा ज़रूर मिलनी चाहिए। ये हम गुजारिश करेंगे आला हुकाम से कि ऐसे कवानीन बने ताकि तहफ़्फ़ुज़ मिले मुद्दईयान को भी, और आगे चलकर जो मामलात है अगर किस पर जुल्म हुआ है तो उस जुल्म का इंसाफ जो है मज़लूम को मिलना चाहिए और सज़ा जो है वो जालिम को मिलनी चाहिए। पुलिस की कारकर्दगी तो मुतमईन हो? हाँ जी, ये सही करते फिर साढ़े। पुलिस तावन सही कर रही है? हाँ जी हाँ जी। वो एक आंदा मैं हाँ ही ना, मैं बेगुनाह, आओ ए आए। बहरहाल जी, ये इन्होंने अपना मामला बता दिया। इनका सौतेला बेटा था, सौतेले बेटे के कुछ साथी थे, वो लोग इनको प्रेशराइज कर रहे थे कि अपने सौतेले बेटे को आप जायदाद में से हिस्सा थे, जो कि ये बता चुके हैं
कि इन्होंने पहले उसका हक जो था वो अदा कर दिया था, उसके बाद फिर उसको आग भी कर दिया, सारे मामला क्लियर हो गए, वो दोबारा इनसे जायदाद मांग रहा था। लेकिन जब इन्होंने इनकार किया तो अपने साथियों के साथ मिलकर जब वो उनके घर आया और फिर इनके जवान, 28 साल जवान था लड़का, उसको बाप की आंखों के सामने गोली मारकर उसकी जान ले ली। बहरहाल डीपीओ ओकाड़ा के अहकामात पर जो थाना चुचक की पुलिस है उसने बर वक्त कार्रवाई की है और इनके जो मुलजम है, जो स्पेशल जिसने गोली मारकर कत्ल किया है, उसको गिरफ्तार कर लिया है, उसके खिलाफ कानूनी कार्रवाई होगी। लेकिन अगेन वही बात है कि इस तरह के मामलात से अल्लाह ताला सबको बचाए, कभी किसी दुश्मन को भी ये वक्त ना देखना पड़े जो इस बुजुर्ग बाप ने अपनी आंखों से देखा है और नाहक कत्ल किया और नाहक ही इनसे अपना हिस्सा वो लोग मांग रहे थे और ये ज़मीन जायदाद पैसा सब कुछ यहीं पर रह जाना है और मामला ज़िंदगी के आप जितना पुरसकून तरीके से गुजार सकते हैं, दरगुजर करके माफ़ करके वो आप गुजारें, ना किसी का हक मारें और ना किसी का हक छीनें। और यहाँ पर अगेन वही बात आ जाती है कि एक बुज़ुर्ग बाप जिसकी जवान औलाद उसकी आंखों के सामने मर जाए, उसको कत्ल कर दिया जाए, उसके दिल पर जो गुजरती है, अल्लाह ताला किसी दुश्मन के दिल पर भी ऐसा मामला ना हो। इसी इरादे से आए थे कि इनकार करेंगे तो गोलियां कोई जी बिल्कुल ऐसे इसी इरादे से वो ऑलरेडी रिकॉर्ड याफ्ता है। नासर जो है बदनाम ज़माना है, वो बाश आदमी है, गलत आदमी है। इससे पहले भी इसके खिलाफ होते रहे जी इससे पहले भी इसके खिलाफ 302 के मुकदमात हैं, 394 के मुकदमात हैं, 392 के हैं, 395 के का भी, यानी कि इससे पहले मर्डर के जी इससे पहले जी इससे पहले भी 2 मर्डर के मुकदमात हैं। मुकदमात हैं, ये मर्डर किया था, मर्डर किया मर्डर, तो उनसे क्लियर हो गया ये बस बासर आदमी है, बाद में सुलह वगैरह कर लेते हैं। ये जी एसएचओ साहब ने जैसा कि बता दिया कि आला हुकाम के अहकामात पर बर वक्त कार्रवाई की इन्होंने, डीपीओ साहब और स्पेशली आईजी पंजाब डॉक्टर उस्मान साहब के अहकामात पर कि जो जालिम है जितना मर्जी ताकतवर हो, पुलिस एटलीस्ट अपनी कार्रवाई पूरी करेगी कानून के मुताबिक। तो इन्होंने इसको गिरफ्तार कर लिया है, एविडेंस आपने ले लिया जी, सबूत आपके पास जी सबूत पास है, जो आला कत्ल है बरामद हो चुका है, तो फ्रांसिक भी भिजवा दिया गया है, सारा प्रोसेस एज पर लॉ कंप्लीट कर लिया गया जी। कानून के मुताबिक जी उसको ज़रूर जो मजलूम है उनको इंसाफ मिलेगा और जिसने कत्ल किया उसको सज़ा ज़रूर मिलनी चाहिए। अब यहाँ पर लम्हा फ़िक्रिया ये है कि इससे पहले भी जैसे कि एसएचओ साहब ने बता दिया कि वो रिकॉर्ड याफ्ता है 302 के 2 मुकदमात में और इससे और भी जो 392 और डिफरेंट जो मुकदमात में उसमें ये उसका नाम रहा है। और बल्कि ये बता रहे हैं जी कि कत्ल करके भी सुलहनामा बाद में कर लिया जाता है, मामलात हो जाते हैं। तो ये हमारे गुजारिश है आला हुकाम से कि पुलिस तो कार्रवाई करती है बर वक्त, लेकिन आगे चलकर कुछ ऐसी पेचीदगियाँ आ जाती हैं जिसकी वजह से ये मुलजमान जो हैं कत्ल करने कत्ल जैसा घिनौना, इससे पहले अगर 2 कत्ल वो कर चुका है तो उसको अगर पहले ही सज़ा मिल जाती तो शायद ये तीसरा कत्ल ना होता। तो हमारी गुजारिश है कि ऐसे इक़दाम होने चाहिए, ऐसे कवानीन बनने चाहिए कि जो शख्स इतना ख़तरनाक मुलजिम है उसको सज़ा ज़रूर मिले, वो सज़ा से बच ना पाए, क्योंकि पहले अगर वो किसी को मार चुका है तो बाद में किसी और के लख्ती जिगर को वो जान से ना मार सके। तो यही हमारी गुजारिश है। अभी ये शख्स कानून की गिरफ्त में है और अगर मुद्दई अपने मुकदमा पर कायम रहे तो इंशाल्लाह उनको कानून के मुताबिक ज़रूर जो है वो इंसाफ मिलेगा। और हमारी भी यही गुजारिश है, हमारी ये भी कोशिश अपने इस प्रोग्राम के ज़रिए से कि लोगों को अवेयर कर सकें। और ये जो मामलात हैं हमारे इस माशरे में, जो सिस्टम में ये चीज़ें हैं कि कत्ल करके भी लोग बाहर आ जाते हैं और फिर कत्ल करते हैं, फिर और मामलात करते हैं, तो इससे लॉ एंड ऑर्डर सिचुएशन जो बेहतर नहीं होती, मज़ीद ख़राब हो जाती है। तो इस चीज़ को बेहतर करने की ज़रूरत है। थोड़ा फड़िया गया मुलजम फड़िया गया है, उसका बड़ा खेचड़ा भी ने सारा कुछ कर दे पर ये जी। अब जो एक सबसे बड़ी दर्दनाक बात यह है कि नाहक जिस शख्स को कत्ल किया गया है उसके मासूम 3 छोटे छोटे बच्चे हैं और ये भाई बता रहे हैं कि वो खुद भी तबीयत का बड़ा अच्छा था, बहुत चंगा छोरा, बहुत चंगा, हर बंदे दी हाई की पूरे पिंड दे विच ना, एक इन्हां दे घर तो सिवा हर बंदे ही हाई की, हर बंदे ही रुना, एडा लायक चोर वेखने ही नहीं जितना वो लायक चोर आ जी बहुत। और ये मामलात है जी सारे एक अच्छे शख्स को, एक अच्छे बेटे को, शोहर को, बाप को इन जालिमों ने बड़ी बेरहमी से कत्ल कर दिया। और अब बस यही है कि पूरा ये जो ख़ानदान है ये इंसाफ का मुतलाशी है। और यहाँ पर डीपीओ ओकाड़ा के अहकामात पर थाना चुचक की पुलिस ने बर वक्त कार्रवाई की है। उन्होंने मुद्दइयों से मैं बारहा ये पूछ भी रहा हूँ, हमने देख भी लिया इस चीज़ को कि बर वक्त कार्रवाई करके मुलज़िम को भी पकड़ लिया इन्होंने और उसके ख़िलाफ़ कार्रवाई भी कर रहे हैं। और मज़ीद हमारी यही गुजारिश है कि ऐसे जो ख़तरनाक लोग हैं जो पहले भी आदि मुजरिम होते हैं
उनके खिलाफ ऐसी कार्रवाई ज़रूर हो कि आइंदा कभी वो किसी के साथ ऐसा जुल्म ना कर सकें। ये शख्स के बारे में यही कहा जा रहा है कि पहले भी ये मुबैना तौर पर काफ़ी लोगों को कत्ल कर चुका है, और अगर कत्ल करता रहा है माजी में, तो अब अगर इसको पहले सज़ा मिल गई होती तो शायद अब ये कत्ल ना होता। नौजवान, वो मासूम 3 बच्चे जो हैं वो यतीम ना होते, वो जो लड़की है वो बेवा ना होती, बाप जो है अपने बेटे से महरूम ना होता। तो यही दुआ है कि ऐसे लोगों को कानून के मुताबिक सज़ा भी मिलनी चाहिए, और ऐसे लोगों के शर से हम सबको अल्लाह ताला बचाए।